ਸਤਿ ਸ਼੍ਰੀ ਅਕਾਲ। ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਇੱਕ ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਕਰਨਾਲ 'ਚ ਕਿਸਾਨਾਂ ਦਾ ਧਰਨਾ ਅੱਜ ਵੀ ਰਿਹਾ ਜਾਰੀ। ਸਰਕਾਰ ਨੇ ਇੰਟਰਨੈਟ ਤੇ ਰੋਕ ਰਾਤ 12 ਵਜੇ ਤੱਕ ਹੋਰ ਵਧਾਈ। ਖਾਲਸਾ ਏਡ ਸਮੇਤ ਕਈ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਕਿਸਾਨਾਂ ਦੀ ਮਦਦ ਲਈ ਪਹੁੰਚੀਆਂ। ਕਰਨਾਲ ਲਾਠੀਚਾਰਜ ਮਾਮਲੇ ਤੇ ਹਰਿਆਣਾ ਦੇ ਗ੍ਰਹਿ ਮੰਤਰੀ ਦਾ ਵੱਡਾ ਬਿਆਨ। ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿਸਾਨਾਂ ਦੇ ਕਹਿਣ ਤੇ ਕਿਸੇ ਨੂੰ ਫਾਂਸੀ ਨਹੀਂ ਟੰਗ ਸਕਦੇ। ਘਟਨਾ ਦੀ ਕਰਵਾਵਾਂਗੇ ਨਿਰਪੱਖ ਜਾਂਚ, ਜੋ ਕੋਈ ਵੀ ਦੋਸ਼ੀ ਹੋਇਆ ਉਸ ਖਿਲਾਫ ਹੋਵੇਗੀ ਕਾਰਵਾਈ। ਮੀਨਾਕਸ਼ੀ ਲੇਖੀ ਨੂੰ ਪੰਜਾਬ ਭਾਜਪਾ ਦਾ ਸਹਿ ਇੰਚਾਰਜ ਬਣਾਉਣ ਤੇ ਕਿਸਾਨ ਆਗੂਆਂ ਨੂੰ ਐਤਰਾਜ਼। ਕਿਸਾਨ ਆਗੂ ਗੁਰਪਾਲ ਸਿੰਘ ਨੇ ਕਿਹਾ ਹਰਜੀਤ ਗਰੇਵਾਲ ਤੇ ਮੀਨਾਕਸ਼ੀ ਲੇਖੀ ਦੇ ਬਿਆਨਾਂ 'ਚ ਕੋਈ ਫਰਕ ਨਹੀਂ। ਭਲਕੇ ਸਿਆਸੀ ਪਾਰਟੀਆਂ ਨਾਲ ਹੋਣ ਵਾਲੀ ਬੈਠਕ ਬਾਰੇ ਵੀ ਦਿੱਤੀ ਜਾਣਕਾਰੀ। ਨਵਜੋਤ ਸਿੰਘ ਸਿੱਧੂ ਦਾ ਕੇਂਦਰ ਸਰਕਾਰ ਤੇ ਵੱਡਾ ਨਿਸ਼ਾਨਾ। ਸਿੱਧੂ ਨੇ ਕਿਹਾ ਐਨਡੀਏ ਦਾ ਮਤਲਬ ਨੋ ਡਾਟਾ ਅਵੇਲੇਬਲ। ਸਿੱਧੂ ਮੁਤਾਬਕ ਕੇਂਦਰ ਸਰਕਾਰ ਕੋਲ ਕਿਸਾਨਾਂ ਦੀ ਆਮਦਨ ਤੇ ਖੁਦਕੁਸ਼ੀਆਂ ਨਾਲ ਸੰਬੰਧਿਤ ਕੋਈ ਡਾਟਾ ਮੌਜੂਦ ਨਹੀਂ। ਅਤੇ ਸਰਕਾਰ ਨਾਲ ਬੈਠਕ ਬੇਸਿੱਟਾ ਰਹਿਣ ਤੋਂ ਬਾਅਦ ਪੀਆਰਟੀਸੀ ਰੋਡਵੇਜ਼ ਤੇ ਪਨਬਸ ਮੁਲਾਜ਼ਮਾਂ ਨੇ ਬੱਸ ਅੱਡੇ ਕੀਤੇ ਬੰਦ। ਕੈਪਟਨ ਤੇ ਸਿਸਮਾ ਫਾਰਮ ਅੱਗੇ ਪੱਕਾ ਮੋਰਚਾ 10 ਤਰੀਕ ਤੋਂ ਲਗਾਉਣ ਦਾ ਕੀਤਾ ਐਲਾਨ। ਤੇ ਹੁਣ ਖਬਰਾਂ ਦਾ ਵਿਸਥਾਰ। ਕਿਸਾਨਾਂ ਦੇ ਧਰਨੇ ਦੇ ਮੱਦੇਨਜ਼ਰ ਅੱਜ ਵੀ ਕਰਨਾਲ 'ਚ ਇੰਟਰਨੈਟ ਸੇਵਾਵਾਂ ਬੰਦ ਰਹੀਆਂ। ਪ੍ਰਸ਼ਾਸਨ ਨੇ ਇੰਟਰਨੈਟ ਤੇ SMS ਸੇਵਾਵਾਂ ਤੇ ਰਾਤ 12 ਵਜੇ ਤੱਕ ਰੋਕ ਵਧਾ ਦਿੱਤੀ ਹੈ। ਇਹ ਫੈਸਲਾ ਕਿਸਾਨਾਂ ਵੱਲੋਂ ਮਿੰਨੀ ਸਕੱਤਰੇਤ ਦੇ ਬਾਹਰ ਲਗਾਏ ਗਏ ਵਿਸ਼ਾਲ ਧਰਨੇ ਨੂੰ ਵੇਖਦਿਆਂ ਲਿਆ ਗਿਆ ਹੈ। ਪ੍ਰਸ਼ਾਸਨ ਤੇ ਕਿਸਾਨ ਆਗੂਆਂ ਵਿਚਾਲੇ ਹੁਣ ਤੱਕ ਹੋਈਆਂ ਬੈਠਕਾਂ ਬੇਸਿੱਟਾ ਰਹੀਆਂ ਨੇ। ਕਿਸਾਨ ਲਾਠੀਚਾਰਜ ਦਾ ਹੁਕਮ ਦੇਣ ਵਾਲੇ SDM ਤੇ ਕਾਰਵਾਈ ਦੀ ਮੰਗ ਕਰ ਰਹੇ ਨੇ, ਪਰ ਪ੍ਰਸ਼ਾਸਨ ਇਹ ਗੱਲ ਮੰਨਣ ਨੂੰ ਤਿਆਰ ਨਹੀਂ। ਕਿਸਾਨ ਆਗੂਆਂ ਮੁਤਾਬਕ ਹੁਣ ਅਗਲੀ ਰਣਨੀਤੀ ਦਾ ਫੈਸਲਾ 11 ਤਰੀਕ ਨੂੰ ਲਿਆ ਜਾਵੇਗਾ। ਉਧਰ ਧਰਨੇ ਤੇ ਬੈਠੇ ਕਿਸਾਨਾਂ ਦੀ ਮਦਦ ਲਈ ਖਾਲਸਾ ਏਡ ਸਮੇਤ ਕਈ ਹੋਰ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵੀ ਪਹੁੰਚ ਗਈਆਂ ਨੇ। ਹਰਿਆਣਾ ਦੇ ਕਰਨਾਲ ਵਿੱਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਧਰਨੇ ਤੇ ਬੈਠੇ ਕਿਸਾਨਾਂ ਦਾ ਮੋਰਚਾ ਅੱਜ ਤੀਜੇ ਦਿਨ ਵੀ ਜਾਰੀ ਹੈ। ਇਸ ਦੌਰਾਨ ਵੀਰਵਾਰ ਨੂੰ ਵੀ ਕਰਨਾਲ ਵਿੱਚ ਇੰਟਰਨੈਟ ਸੇਵਾਵਾਂ ਠੱਪ ਰਹਿਣਗੀਆਂ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਆਦੇਸ਼ ਅਫਵਾਹਾਂ ਅਤੇ ਗਲਤ ਜਾਣਕਾਰੀ ਨੂੰ ਰੋਕਣ ਦੇ ਲਈ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਿਸਾਨਾਂ ਦੇ ਮੋਰਚੇ ਵਾਲੀ ਥਾਂ ਉੱਤੇ ਪ੍ਰਸ਼ਾਸਨ ਵੱਲੋਂ CCTV ਕੈਮਰੇ ਵੀ ਲਗਾਏ ਗਏ ਨੇ। ਦਰਅਸਲ ਬੀਤੇ ਦਿਨ ਕਿਸਾਨ ਆਗੂਆਂ ਅਤੇ ਪ੍ਰਸ਼ਾਸਨ ਵਿਚਾਲੇ ਹੋਈ ਬੈਠਕ ਵੀ ਬੇਸਿੱਟਾ ਰਹੀ ਸੀ। ਹਰਿਆਣਾ ਦੇ ਕਿਸਾਨ ਆਗੂ ਸੁਰੇਸ਼ ਕੌਂਤ ਦਾ ਕਹਿਣਾ ਸੀ ਕਿ ਹੁਣ ਅਗਲੀ ਰਣਨੀਤੀ ਦਾ ਫੈਸਲਾ 11 ਸਤੰਬਰ ਨੂੰ ਹੋਵੇਗਾ। 11 ਤਰੀਕ ਨੂੰ ਹਰਿਆਣਾ ਦੇ ਸਾਰੇ ਕਿਸਾਨ ਲੀਡਰ ਸੰਯੁਕਤ ਕਿਸਾਨ ਮੋਰਚੇ ਦੇ ਸਾਥੀਆਂ ਨਾਲ ਵਿਚਾਰ ਚਰਚਾ ਕਰਨਗੇ। ਇਸ ਤੋਂ ਬਾਅਦ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ। ਸੁਰੇਸ਼ ਕੌਂਤ ਨੇ ਉਦੋਂ ਤੱਕ ਕਿਸਾਨਾਂ ਨੂੰ ਵੱਡੀ ਗਿਣਤੀ 'ਚ ਧਰਨਾ ਸਥਾਨ ਉੱਤੇ ਪਹੁੰਚਣ ਨੂੰ ਕਿਹਾ। आदरणीय किसान साथियों, शायद आज अब तक हम मैसेज पहुंचाने में कामयाब ना हो क्योंकि यहाँ नेट बंद है, मगर मेरी आप लोगों से एक प्रार्थना है कि यहाँ मोर्चे में एक फैसला हुआ है कि 2 दिन तक 9 तारीख और 10 तारीख को हमने धरने के ऊपर ज्यादा संख्या बढ़ाए रखनी है, धरना बड़ा करना है और 11 तारीख को पूरे हरियाणा प्रदेश के सारे किसान नेता बुला रखे हैं। पर संयुक्त मोर्चे के भी कुछ नेता हमने संयुक्त मोर्चे की तरफ से भी बुला रखे। अगला फैसला 11 तारीख की मीटिंग में लेंगे। इसलिए मेरी आप सभी किसान भाइयों से प्रार्थना, हरियाणा प्रदेश के जो साथ लगते जिले उनसे भी प्रार्थना, करनाल के भाइयों से भी प्रार्थना है, कृपया करके यहाँ बड़ी संख्या हमने 2 दिन करनी है। ਸੁਰੇਸ਼ ਕੌਂਤ ਨੇ ਕਿਹਾ ਕਿ ਧਰਨਾ ਸਥਾਨ ਉੱਤੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਨਹੀਂ ਹੈ। ਆਲੇ ਦੁਆਲੇ ਦੇ ਧਾਰਮਿਕ ਸਥਾਨਾਂ ਤੋਂ ਕਿਸਾਨਾਂ ਲਈ ਲਗਾਤਾਰ ਲੰਗਰ ਪਹੁੰਚ ਰਿਹਾ ਹੈ। ਇਸ ਤੋਂ ਇਲਾਵਾ ਖਾਲਸਾ ਏਡ ਨੇ ਕਿਸਾਨਾਂ ਲਈ ਪੱਖਿਆਂ ਤੇ ਗੱਦਿਆਂ ਦਾ ਇੰਤਜ਼ਾਮ ਕੀਤਾ ਹੈ। ਉਹਨਾਂ ਕਿਸਾਨਾਂ ਦਾ ਸਾਥ ਦੇਣ ਵਾਲੇ ਸਾਰੇ ਸੰਗਠਨਾਂ ਦਾ ਧੰਨਵਾਦ ਕੀਤਾ है। लंगर पानी की व्यवस्था हमारा देखिए निर्मल कुटिया से चल रहा है। हमारे यहीं बाबे ने लंगर लगा दिए, गुरुद्वारे वाले ने घाट धर्मशाला में बड़ी अच्छी व्यवस्था चल रही है। वहाँ किसान रुक रहे हैं, लंगर कर सक रहे हैं, कोई दिक्कत नहीं है। ये खालसा एड वालों ने हमारे गद्दे मंगवा दिए, पंखे मंगवा दिए, उनका भी धन्यवाद। लंगर वाले बाबियों का भी सबका धन्यवाद। कोई समस्या नहीं किसी किस्म की। ਦੱਸ ਦਈਏ ਕਿ ਕਿਸਾਨਾਂ ਨਾਲ ਕਈ ਦੌਰ ਦੀ ਗੱਲਬਾਤ ਦੇ ਬਾਅਦ ਵੀ ਕਰਨਾਲ ਪ੍ਰਸ਼ਾਸਨ ਆਪਣੀ ਜਿੱਦ ਉੱਤੇ ਅੜਿਆ ਹੋਇਆ ਹੈ। ਸਰਕਾਰ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਸਬ ਡਿਵੀਜ਼ਨਲ ਮੈਜਿਸਟ੍ਰੇਟ ਆਯੁਸ਼ ਸਿਨਹਾ ਨੂੰ ਸਸਪੈਂਡ ਕਰਨ ਅਤੇ ਉਹਨਾਂ ਵਿਰੁੱਧ ਮਾਮਲਾ ਦਰਜ ਕਰਨ ਲਈ ਤਿਆਰ ਨਹੀਂ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਆਯੂਸ਼ ਸਿਨਹਾ ਵਿਰੁੱਧ ਕਾਰਵਾਈ ਕਰਵਾਉਣਾ ਸਾਡੀ ਸਭ ਤੋਂ ਪਹਿਲੀ ਮੰਗ ਹੈ। ਜਿੰਨੀ ਦੇਰ ਤੱਕ ਇਹ ਮੰਗ ਪੂਰੀ ਨਹੀਂ ਹੁੰਦੀ ਉਹਨਾਂ ਦਾ ਧਰਨਾ ਲਗਾਤਾਰ ਜਾਰੀ ਰਹੇਗਾ। ਕਰਨਾਲ 'ਚ ਕਿਸਾਨਾਂ ਤੇ ਹੋਏ ਲਾਠੀਚਾਰਜ ਦੇ ਮਾਮਲੇ 'ਚ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਵੱਡਾ ਬਿਆਨ ਦਿੱਤਾ ਹੈ। ਅਨਿਲ ਵਿਜ ਨੇ ਕਿਹਾ ਕਿ ਅਸੀਂ ਕਰਨਾਲ ਲਾਠੀਚਾਰਜ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਲਈ ਤਿਆਰ ਹਾਂ। ਕਿਸੇ ਦੇ ਕਹਿਣ ਤੇ ਕਿਸੇ ਨੂੰ ਫਾਂਸੀ ਨਹੀਂ ਚੜਾਇਆ ਜਾ ਸਕਦਾ। ਉਹਨਾਂ ਕਿਹਾ ਕਿ ਅਧਿਕਾਰੀਆਂ ਨੂੰ ਜਾਂਚ ਦੇ ਬਗੈਰ ਸਜ਼ਾ ਨਹੀਂ ਦਿੱਤੀ ਜਾ ਸਕਦੀ ਤੇ ਨਾਲ ਹੀ ਇਹ ਵੀ ਕਿਹਾ ਕਿ ਜੇਕਰ ਕਿਸਾਨ ਦੋਸ਼ੀ ਪਾਏ ਗਏ ਤਾਂ ਅਸੀਂ ਉਹਨਾਂ ਖਿਲਾਫ ਵੀ ਐਕਸ਼ਨ ਲਵਾਂਗੇ। ਅਨਿਲ ਵਿਜ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਏ ਜਦੋਂ ਪਿਛਲੇ ਦਿਨੀ ਕਰਨਾਲ 'ਚ ਹੋਏ ਲਾਠੀਚਾਰਜ ਦੇ ਵਿਰੋਧ 'ਚ ਕਿਸਾਨ ਮਿੰਨੀ ਸਕੱਤਰੇਤ ਵਿਖੇ ਧਰਨੇ ਤੇ ਬੈਠੇ ਨੇ। ਦੱਸ ਦਈਏ ਕਿ ਇਸ ਲਾਠੀਚਾਰਜ ਦੌਰਾਨ ਜ਼ਖਮੀ ਹੋਏ ਇੱਕ ਕਿਸਾਨ ਦੀ ਮੌਤ ਵੀ ਹੋ ਗਈ ਸੀ। ਇਸ ਤੋਂ ਇਲਾਵਾ ਕਈ ਕਿਸਾਨਾਂ ਦੇ ਗੰਭੀਰ ਸੱਟਾਂ ਵੀ ਲੱਗੀਆਂ। ਕਿਸਾਨਾਂ ਵੱਲੋਂ ਕਰਨਾਲ ਲਾਠੀਚਾਰਜ ਸਮੇਂ ਦੇ ਸਬ ਡਿਵੀਜ਼ਨਲ ਮੈਜਿਸਟ੍ਰੇਟ ਆਯੂਸ਼ ਸਿਨਹਾ ਨੂੰ ਸਸਪੈਂਡ ਕਰਨ ਤੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸੰਬੰਧੀ ਬੀਤੇ ਦਿਨ ਕਿਸਾਨ ਆਗੂਆਂ ਤੇ ਪ੍ਰਸ਼ਾਸਨ ਵਿਚਾਲੇ ਹੋਈ ਬੈਠਕ ਵੀ ਬੇਸਿੱਟਾ ਰਹੀ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਤੱਕ ਕਰਨਾਲ 'ਚ ਮਿੰਨੀ ਸਕੱਤਰੇਤ ਅੱਗੇ ਧਰਨਾ ਜਾਰੀ ਰਹੇਗਾ। ਇਸ ਦੌਰਾਨ ਕਰਨਾਲ ਪ੍ਰਸ਼ਾਸਨ ਵੱਲੋਂ ਇੰਟਰਨੈਟ ਤੇ SMS ਸੇਵਾਵਾਂ ਤੇ ਰੋਕ ਅੱਜ ਰਾਤ 12 ਵਜੇ तक ਵਧਾ ਦਿੱਤੀ गई है। किसान करनाल में आंदोलन कर रहे हैं, उनका प्रजातांत्रिक अधिकार है और हमारे अधिकारी उनके साथ लगातार वार्ता भी कर रहे हैं। संवाद किसी भी प्रजातंत्र का अभिन्न अंग होता है, लेकिन जो जायज मांगे होंगी वही मानी जाएगी। अब हम किसी के कहने से किसी को फांसी पे तो नहीं चढ़ा सकते कि देश का IPC अलग है और किसानों का IPC अलग है, ऐसा तो नहीं हो सकता। और सजा जो दी जाती है हमेशा दोष के अनुरूप दी जाती है और दोष पता करने के लिए जांच करानी पड़ती है। हम निष्पक्ष जांच कराने के लिए तैयार हैं, लेकिन हम खाली SDM की नहीं करवाएंगे, हम सारे करनाल एपिसोड की करवाएंगे। उसमें अगर किसान दोषी होंगे, उनके नेता दोषी होंगे, तो उनके खिलाफ भी जो कार्रवाई बनती होगी वो हम करेंगे। मीनाक्षी लेखी ਨੂੰ ਪੰਜਾਬ ਭਾਜਪਾ ਦਾ ਸਹਿ ਇੰਚਾਰਜ ਬਣਾਏ ਜਾਣ ਤੇ ਕਿਸਾਨ ਆਗੂਆਂ ਨੇ ਇਤਰਾਜ਼ ਜਤਾਇਆ ਹੈ। ਫਗਵਾੜਾ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਗੁਰਪਾਲ ਸਿੰਘ ਨੇ ਕਿਹਾ ਕਿ ਕਿਸਾਨਾਂ ਲਈ ਮੀਨਾਕਸ਼ੀ ਲੇਖੀ ਤੇ ਹਰਜੀਤ ਗਰੇਵਾਲ ਵਿਚਾਲੇ ਕੋਈ ਫਰਕ ਨਹੀਂ ਹੈ। ਦੋਵੇਂ ਹੀ ਕਿਸਾਨ ਅੰਦੋਲਨ ਬਾਰੇ ਪੁੱਠੇ ਸਿੱਧੇ ਬਿਆਨ ਦਿੰਦੇ ਰਹਿੰਦੇ ਨੇ। ਇਸ ਲਈ ਭਾਜਪਾ ਦੀ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਉਹ ਲੇਖੀ ਦੀ ਥਾਂ ਕਿਸੇ ਹੋਰ ਨਾਮ ਉੱਤੇ ਵਿਚਾਰ ਕਰਨ। ਇਸ ਦੇ ਨਾਲ ਹੀ ਗੁਰਪਾਲ ਸਿੰਘ ਨੇ ਕੱਲ ਚੰਡੀਗੜ੍ਹ ਵਿਖੇ ਕਿਸਾਨ ਜਥੇਬੰਦੀਆਂ ਦੀ ਸਿਆਸੀ ਪਾਰਟੀਆਂ ਨਾਲ ਹੋਣ ਵਾਲੀ ਸਰਬਦਲੀ ਬੈਠਕ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮੀਟਿੰਗ ਦੌਰਾਨ ਕਿਸਾਨਾਂ ਤੇ ਸਿਆਸਤਦਾਨਾਂ ਵਿਚਾਲੇ ਪੰਜਾਬ 'ਚ ਚੋਣ ਪ੍ਰਚਾਰ ਰੋਕਣ ਦੀ ਸਹਿਮਤੀ ਬਣਨ ਦੀ ਪੂਰੀ ਸੰਭਾਵਨਾ ਹੈ। ਦੱਸ ਦਈਏ ਕਿ ਕਿਸਾਨ ਆਗੂਆਂ ਨੇ ਭਾਜਪਾ ਨੂੰ ਛੱਡ ਕੇ ਬਾਕੀ ਪਾਰਟੀਆਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਨੇ ਆਗਾਮੀ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਨੇ। ਇਸ ਕੜੀ ਵਿੱਚ ਭਾਜਪਾ ਨੇ ਪੰਜਾਬ ਚੋਣਾਂ ਲਈ ਇੰਚਾਰਜ ਅਤੇ ਸਹਿ ਇੰਚਾਰਜ ਦਾ ਐਲਾਨ ਕੀਤਾ ਹੈ। ਪਾਰਟੀ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਪੰਜਾਬ ਦਾ ਚੋਣ ਇੰਚਾਰਜ ਨਿਯੁਕਤ ਕੀਤਾ ਹੈ। ਦੂਜੇ ਪਾਸੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਕੇਂਦਰੀ ਸੱਭਿਆਚਾਰ ਅਤੇ ਸੈਰ ਸਪਾਟਾ ਰਾਜ ਮੰਤਰੀ ਮੀਨਾਕਸ਼ੀ ਲੇਖੀ ਅਤੇ ਵਿਨੋਦ ਚਾਵੜਾ ਨੂੰ ਸਹਿ ਇੰਚਾਰਜ ਬਣਾਇਆ ਗਿਆ ਹੈ। ਉਧਰ ਕਿਸਾਨ ਆਗੂਆਂ ਨੇ ਭਾਜਪਾ ਦੀ ਟੀਮ ਵਿੱਚ ਮੀਨਾਕਸ਼ੀ ਲੇਖੀ ਦਾ ਨਾਮ ਸ਼ਾਮਲ ਕਰਨ ਉੱਤੇ ਇਤਰਾਜ਼ ਜਤਾਇਆ ਹੈ। ਫਗਵਾੜਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਸਾਨ ਆਗੂ ਗੁਰਪਾਲ ਸਿੰਘ ਨੇ ਕਿਹਾ ਕਿ ਕਿਸਾਨਾਂ ਲਈ ਮੀਨਾਕਸ਼ੀ ਲੇਖੀ ਤੇ ਹਰਜੀਤ ਗਰੇਵਾਲ ਵਿਚਾਲੇ ਕੋਈ ਫਰਕ ਨਹੀਂ ਹੈ। ਦੋਵੇਂ ਹੀ ਕਿਸਾਨ ਅੰਦੋਲਨ ਬਾਰੇ ਪੁੱਠੇ ਸਿੱਧੇ ਬਿਆਨ ਦਿੰਦੇ ਰਹਿੰਦੇ ਨੇ। ਇਸ ਲਈ ਭਾਜਪਾ ਦੀ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਉਹ ਲੇਖੀ ਦੀ ਥਾਂ ਕਿਸੇ ਹੋਰ ਨਾਮ ਉੱਤੇ ਵਿਚਾਰ ਕਰਨ। ਮੀਨਾਕਸ਼ੀ ਲੇਖੀ ਦਾ ਪੰਜਾਬ ਦੇ ਵਿੱਚ ਇਲੈਕਸ਼ਨ ਦੀ ਦੇਖ ਰੇਖ ਵਾਸਤੇ ਜਿਹੜਾ ਅਹੁਦਾ ਲਾ ਦਿੱਤਾ ਗਿਆ, ਉਹ ਮੈਂ ਸਮਝਦਾ ਕਿ ਬੜੀ ਮੰਦਭਾਗੀ ਗੱਲ ਹੈ। ਇੱਕ ਪਾਸੇ ਇਹੋ ਜਿਹੇ ਜਿੱਥੋਂ ਅੰਦੋਲਨ ਉੱਠਿਆ ਹੋਵੇ ਔਰ ਉਸ ਅੰਦੋਲਨਕਾਰੀਆਂ ਦੇ ਉੱਤੇ ਜਿਹੜਾ ਮੀਨਾਕਸ਼ੀ ਲੇਖੀ ਵੱਲੋਂ ਤੰਜ ਕੱਸਿਆ ਗਿਆ ਸੀਗਾ ਵੀ ਇਹ ਤੇ ਮਵਾਲੀ ਨੇ। ਹੁਣ ਮੈਂ ਸਮਝਦਾ ਕਿ BJP ਜਿਹੜਾ ਇਲੈਕਸ਼ਨ ਆਪਣੀ ਕੰਪੇਨ ਸ਼ੁਰੂ ਕਰਨ ਵਾਸਤੇ ਇਹਨਾਂ ਨੂੰ ਉੱਤੇ ਰਿਜ਼ਰਵ ਲਾ ਦਿੱਤਾ ਗਿਆ ਪੰਜਾਬ ਦਾ, ਉਹ ਕਿਹੜਾ ਮੂੰਹ ਲੈ ਕੇ ਲੋਕਾਂ ਦੇ ਵਿੱਚ ਜਾਣਗੇ ਕਿ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਸਕਣਗੇ।
ਮੈਂ ਪੰਜਾਬ ਵਾਸੀਆਂ ਨੂੰ ਵੀ ਅਪੀਲ ਕਰਦਾ, ਇਹੋ ਜਿਹੇ ਜਿਹੜੇ ਸ਼ਖਸ ਨੇ ਇਹਨਾਂ ਨੂੰ ਬਿਲਕੁਲ ਵੀ ਪੰਜਾਬ ਦੇ ਵਿੱਚ ਮੂੰਹ ਨਾ ਲਾਇਆ ਜਾਵੇ। ਔਰ ਸੈਂਟਰ ਗੌਰਮੈਂਟ ਨੂੰ ਵੀ ਚਾਹੀਦਾ ਕਿ ਜਲਦ ਤੋਂ ਜਲਦ ਇਹਦੀ ਰਿਪਲੇਸ ਕਰਕੇ ਹੋਰ ਕੋਈ ਚਿਹਰਾ ਜਿਹੜਾ ਤੁਸੀਂ ਪੰਜਾਬ 'ਚ ਲਾ ਦਿਓ, ਕਿਉਂਕਿ ਇਲੈਕਸ਼ਨ ਅਧਿਕਾਰ ਹੈ ਹਰ ਇੱਕ ਪਾਰਟੀ ਦਾ ਲੜਨਾ, ਪਰ ਜਿਹੜੇ ਬੰਦਿਆਂ ਦੇ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੁੰਦਾ, ਇਹ ਸੰਵੇਦਨਸ਼ੀਲ ਸਟੇਟ ਹੈ, ਇਹਨੂੰ ਸਾਂਭ ਕੇ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਇਹ ਤਾਂ ਉਹ ਗੱਲ ਹੋ ਗਈ ਵੀ ਗਰੇਵਾਲ ਨੂੰ ਉਠਾ ਲਓ ਅਤੇ ਮੀਨਾਕਸ਼ੀ ਨੂੰ ਬਿਠਾ ਲਓ, ਅਤੇ ਇਹਨਾਂ ਦੋਨਾਂ ਦੇ ਵਿੱਚ ਕੋਈ ਵੀ ਅਸੀਂ ਅੰਤਰ ਨਹੀਂ ਮੰਨਦੇ। ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਆਗੂ ਗੁਰਪਾਲ ਸਿੰਘ ਨੇ ਭਲਕੇ ਰਾਜਨੀਤਿਕ ਪਾਰਟੀਆਂ ਨਾਲ ਹੋਣ ਵਾਲੀ ਕਿਸਾਨ ਜਥੇਬੰਦੀਆਂ ਦੀ ਬੈਠਕ ਬਾਰੇ ਕਿਹਾ ਕਿ ਇਸ ਮੀਟਿੰਗ ਤੋਂ ਬਹੁਤ ਆਸਾਨ ਹੈ। ਉਮੀਦ ਹੈ ਕਿ ਸਿਆਸੀ ਪਾਰਟੀਆਂ ਕਿਸਾਨਾਂ ਦੀ ਗੱਲ ਨੂੰ ਸਮਝਣਗੀਆਂ ਅਤੇ ਚੋਣਾਂ ਦੇ ਐਲਾਨ ਤੋਂ ਪਹਿਲਾਂ ਪੰਜਾਬ ਅੰਦਰ ਆਪਣਾ ਪ੍ਰਚਾਰ ਨਹੀਂ ਕਰਨਗੀਆਂ। ਜਿਹੜੀ ਕੱਲ੍ਹ ਕਿਸਾਨ ਏਕਤਾ ਮੋਰਚਾ ਵੱਲੋਂ ਸੱਦੀ ਮੀਟਿੰਗ, ਸਾਡੇ ਸੰਯੁਕਤ ਮੋਰਚੇ ਵੱਲੋਂ ਜਿਹੜੀ ਮੀਟਿੰਗ ਸਰਬ ਪਾਰਟੀ ਦੀ ਬੁਲਾਈ ਗਈ ਹੈ ਚੰਡੀਗੜ੍ਹ ਵਿਖੇ, ਇੱਕ ਬਹੁਤ ਹੀ ਪੰਜਾਬ ਦੇ ਭਲੇ ਵਾਸਤੇ ਅਗਾਂਹ ਵਧੂ ਕਦਮ ਹੈ, ਕਿਉਂਕਿ ਇਲੈਕਸ਼ਨ ਹਜੇ 2022 ਦੇ ਵਿੱਚ ਹੈ। ਕਿਹੜੇ ਮਹੀਨੇ ਹੋਵੇਗੀ ਇਹ ਤਾਂ ਇਲੈਕਸ਼ਨ ਕਮਿਸ਼ਨ ਦੱਸੇਗਾ, ਪਰ ਜਿਹੜੀਆਂ ਰੈਲੀਆਂ ਦਾ ਦੌਰ ਚੱਲ ਪਿਆ ਸੀ ਪੰਜਾਬ ਦੇ ਵਿੱਚ, ਇਹ ਕਿਤੇ ਨਾ ਕਿਤੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਾਲਾ ਦੌਰ ਬਣ ਗਿਆ ਸੀਗਾ। ਔਰ ਇਸ ਮਿਲਣੀ ਦੇ ਨਾਲ ਅਸੀਂ ਸਮਝਦੇ ਹਾਂ ਕਿ ਹਰ ਇੱਕ ਸਮੱਸਿਆ ਦਾ ਜਿਹੜਾ ਹੱਲ ਆ ਉਹ ਟੇਬਲ 'ਤੇ ਹੁੰਦਾ, ਅਤੇ ਟੇਬਲ 'ਤੇ ਜਦੋਂ ਸਾਡੀ ਸਰਕਾਰ, ਭਾਵ ਕਿਸਾਨਾਂ ਦੀ ਸਰਕਾਰ, ਜਿਹੜੇ ਕਿਸਾਨ ਖੁਦ ਉਹਨਾਂ ਦੇ ਲੀਡਰ ਨੇ, ਔਰ ਇੱਕ ਪਾਸੇ ਜਿਹੜੀਆਂ ਸਟੇਟ ਦੀਆਂ ਸਰਕਾਰਾਂ ਨੇ ਜਾਂ ਓਪੋਜੀਸ਼ਨ ਦੇ ਵਿੱਚ ਪਾਰਟੀਆਂ ਬੈਠੀਆਂ ਨੇ, ਜਦੋਂ ਉਹ ਟੇਬਲ 'ਤੇ ਬੈਠਣਗੀਆਂ, ਪਰ ਸਾਨੂੰ ਆਸ ਹੈ ਕਿ ਸਾਰੀਆਂ ਪਾਰਟੀਆਂ ਇਸ ਗੱਲ ਦੇ ਉੱਤੇ ਮੋਹਰ ਲਾਉਣਗੀਆਂ ਵੀ ਜਿੰਨਾ ਚਿਰ ਅੰਦੋਲਨ ਚੱਲ ਰਿਹਾ ਜਾਂ ਇਲੈਕਸ਼ਨ ਕਮਿਸ਼ਨ ਡਿਕਲੇਅਰ ਨਹੀਂ ਕਰ ਦਿੰਦਾ ਇਲੈਕਸ਼ਨ ਦੀ ਡੇਟ, ਉਹਨਾਂ ਚਿਰ ਪੰਜਾਬ ਦੇ ਵਿੱਚ ਕੋਈ ਵੀ ਰੈਲੀ ਜਿਹੜੀ ਹੈ ਉਹ ਨਹੀਂ ਹੋਵੇਗੀ। ਦੱਸ ਦਈਏ ਕਿ ਕੱਲ੍ਹ ਚੰਡੀਗੜ੍ਹ 'ਚ ਕਿਸਾਨ ਜਥੇਬੰਦੀਆਂ ਨੇ ਸਰਬ ਪਾਰਟੀ ਮੀਟਿੰਗ ਬੁਲਾਈ ਹੈ। ਇਸ ਮੀਟਿੰਗ 'ਚ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੇ ਭਾਗ ਲੈਣ ਦੀ ਉਮੀਦ ਜਤਾਈ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸੂਬੇ 'ਚ ਚੋਣਾਂ ਦਾ ਐਲਾਨ ਨਹੀਂ ਹੁੰਦਾ, ਸਿਆਸੀ ਪਾਰਟੀਆਂ ਆਪਣਾ ਪ੍ਰਚਾਰ ਨਾ ਕਰਨ। ਇਸ ਬੈਠਕ ਦੌਰਾਨ ਆਪਸੀ ਸਹਿਮਤੀ ਬਣਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਫਗਵਾੜਾ ਤੋਂ ਪ੍ਰਵੀਨ ਬੋਬੀ ਦੇ ਨਾਲ ਬਿਊਰੋ ਰਿਪੋਰਟ, ਟੀਵੀ ਪੰਜਾਬ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਮੋਦੀ ਸਰਕਾਰ ਤੇ ਸਿੱਧਾ ਹੱਲਾ ਬੋਲਿਆ ਏ। ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਪੋਸਟ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਐਨਡੀਏ ਦਾ ਮਤਲਬ ਨੋ ਡਾਟਾ ਅਵੇਲੇਬਲ ਹੈ। ਸਿੱਧੂ ਮੁਤਾਬਕ ਕੇਂਦਰ ਸਰਕਾਰ ਨੇ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਹੀ ਸੀ, ਪਰ ਉਸ ਦੀ ਥਾਂ ਅਜਿਹੀਆਂ ਨੀਤੀਆਂ ਬਣਾਈਆਂ ਗਈਆਂ ਨੇ ਕਿ ਕਿਸਾਨਾਂ ਨੂੰ ਆਪਣੀ ਹੋਂਦ ਹੀ ਖਤਰੇ 'ਚ ਨਜ਼ਰ ਆ ਰਹੀ ਹੈ। ਸਰਕਾਰ ਕੋਲ ਕਿਸਾਨਾਂ ਦੀ ਆਮਦਨ, ਉਹਨਾਂ ਵੱਲੋਂ ਕੀਤੀਆਂ ਖੁਦਕੁਸ਼ੀਆਂ ਬਾਰੇ ਕੋਈ ਡੇਟਾ ਮੌਜੂਦ ਨਹੀਂ ਹੈ। ਇਸ ਦੇ ਨਾਲ ਹੀ ਉਹਨਾਂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਤੇ ਵੀ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਬਾਦਲ ਪਰਿਵਾਰ ਨੇ ਪਹਿਲਾਂ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਸੀ ਅਤੇ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਵਿਵਾਦਿਤ ਕਾਨੂੰਨਾਂ ਨੂੰ ਲਾਗੂ ਕਰ ਚੁੱਕੀ ਹੈ। ਮੋਦੀ ਸਰਕਾਰ ਕਹਿੰਦੀ ਹੈ ਕਿ ਉਹ ਕਿਸਾਨਾਂ ਦੀ ਆਮਦਨ ਦੁੱਗਣਾ ਕਰਨਾ ਚਾਹੁੰਦੀ ਹੈ, ਪਰ ਖੇਤੀਬਾੜੀ ਮੰਤਰੀ ਸ਼੍ਰੀ ਨਰਿੰਦਰ ਤੋਮਰ ਅਨੁਸਾਰ ਉਹਨਾਂ ਦੇ ਮੰਤਰਾਲੇ ਦੇ ਕੋਲ ਕਿਸਾਨਾਂ ਦੀ ਵਿੱਤੀ ਸਥਿਤੀ ਦਰਸਾਉਂਦਾ ਕੋਈ ਆંકੜਾ ਉਪਲਬਧ ਨਹੀਂ। ਇਹ ਉਹਨਾਂ ਦੀ ਪਾਰਲੀਮੈਂਟ ਦੀ ਸਟੇਟਮੈਂਟ ਹੈ ਬਾਈ। ਅਜਿਹਾ ਆਖਰੀ ਸਰਵੇਖਣ ਮਨਮੋਹਨ ਸਿੰਘ ਸਰਕਾਰ ਦੁਆਰਾ ਕੀਤਾ ਗਿਆ ਸੀ। ਹੁਣ ਆਈਏ ਅਕਾਲੀ ਦਲ ਦੀ ਭੂਮਿਕਾ ਦੇ ਉੱਤੇ, ਜਿਹੜੇ ਮਗਰਮੱਛ ਦੇ ਆਂਸੂ ਬਹਾ ਰਹੇ ਨੇ। ਜਦੋਂ ਇਹ ਆਰਡੀਨੈਂਸ ਆਏ ਤੇ 1 ਮਹੀਨੇ ਬਾਅਦ 2020 ਦੇ ਵਿੱਚ ਜੁਲਾਈ 'ਚ ਆਲ ਪਾਰਟੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੋਦੀ ਸਰਕਾਰ ਦਾ ਪੂਰੀ ਤਰ੍ਹਾਂ ਪੱਖ ਪੂਰਿਆ, ਟਿਕਾ ਕੇ ਪ੍ਰਸ਼ੰਸਾ ਕੀਤੀ। 1 ਦਸੰਬਰ 2020 ਨੂੰ ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ ਪ੍ਰਾਈਵੇਟ ਮੰਡੀ APMC ਨੂੰ ਰੱਦ ਕਰਕੇ ਪ੍ਰਾਈਵੇਟ ਮੰਡੀ ਸਥਾਪਿਤ ਕਰਨ ਦੇ ਲਈ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਵਿੱਚੋਂ ਇੱਕ ਨੂੰ ਨੋਟੀਫਾਈ ਕੀਤਾ, ਜਦ ਕਿ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਅੰਦੋਲਨ ਕਰ ਰਹੇ ਸੀ। ਉਦੋਂ ਬਾਅਦ ਡਰਾਮਾ ਕੀਤਾ, ਸੈਸ਼ਨ ਬੁਲਾ ਕੇ ਬਿੱਲ ਪਾੜਤੇ, ਪਰ ਕੀ ਉਹ ਜਿਹੜਾ ਕਾਨੂੰਨ ਨੋਟੀਫਾਈ ਕੀਤਾ ਸੀਗਾ ਪ੍ਰਾਈਵੇਟ ਮੰਡੀਆਂ ਵਾਲਾ, ਕੀ ਉਹ ਡੀ ਨੋਟੀਫਾਈ ਹੋਇਆ? ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ SDM ਗੁਰੂ ਹਰਸਹਾਏ ਦੇ ਦਫ਼ਤਰ ਅੱਗੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰ ਤੱਕ ਰੋਸ ਮਾਰਚ ਕੱਢ ਕੇ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂ ਦਿੱਲੀ ਮੋਰਚੇ 'ਚ ਸ਼ਹੀਦ ਹੋਏ 3 ਕਿਸਾਨ ਪਰਿਵਾਰਾਂ ਲਈ 5 ਲੱਖ ਰੁਪਏ ਦਾ ਮੁਆਵਜ਼ਾ,
ਇੱਕ ਜੀ ਨੂੰ ਸਰਕਾਰੀ ਨੌਕਰੀ ਤੇ ਉਹਨਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ ਦੀ ਮੰਗ ਕਰ ਰਹੇ ਸਨ। ਉਹਨਾਂ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਵੱਲੋਂ ਟਾਲ ਮਟੋਲ ਦੀ ਕੋਸ਼ਿਸ਼ ਕੀਤੀ ਗਈ ਤਾਂ 12 ਸਤੰਬਰ ਨੂੰ ਇਹ ਪੱਕਾ ਮੋਰਚਾ GT ਰੋਡ ਫਿਰੋਜ਼ਪੁਰ ਫਾਜ਼ਿਲਕਾ ਮਾਰਗ ਤੇ ਤਬਦੀਲ ਕਰ ਦਿੱਤਾ ਜਾਵੇਗਾ। ਆ ਜਿਹੜਾ ਸ੍ਰੀ ਗੁਰੂ ਸਾਹਿਬ ਦੇ ਦਫ਼ਤਰ ਗਾੜੀ ਪੱਕਾ ਮੋਰਚਾ ਲਗਾ ਦਿੱਤਾ ਗਿਆ ਵਾ। ਇਹ ਮੋਰਚਾ ਸਾਡਾ 3 ਸ਼ਹੀਦ ਜਿਹੜੇ ਹੋਏ ਆ ਦਿੱਲੀ ਮੋਰਚੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ, ਉਹਨਾਂ ਦਾ ਮੁਆਵਜ਼ਾ 5 ਲੱਖ ਰੁਪਏ ਦਾ ਤੇ ਉਹਨਾਂ ਦਾ ਜਿਹੜਾ ਸਮੁੱਚਾ ਕਰਜ਼ਾ ਖਤਮ ਕਰਨ, ਸਾਰੇ ਕਿਸਾਨਾਂ ਦਾ ਕਰਜ਼ਾ ਖਤਮ ਕਰਨ, ਬਿਜਲੀ ਸਮਝੌਤੇ ਰੱਦ ਕਰਨ, ਤਾਰ ਪਾਰੀਆਂ ਜ਼ਮੀਨਾਂ ਦਾ ਮੁਆਵਜ਼ਾ ਲੈਣ ਤੇ ਨਾਲ ਜਿਹੜੇ ਹੈਗੇ ਆ ਪਾਸਕਰਾਂ ਨੂੰ ਪੱਕੇ ਮਾਲਕੀ ਹੱਕ ਦੇਣ। ਇਹ ਸਾਰੀਆਂ ਸਾਡੀਆਂ ਮੰਗਾਂ ਜਿੱਤੇ ਅਸੀਂ ਮੋਰਚਾ ਲਿਆ। ਜੇਕਰ ਇਹਨਾਂ ਨੇ ਸਾਡੀ 11 ਤਰੀਕ ਤੱਕ ਗੱਲ ਨਾ ਸੁਣੀ ਤੇ ਅਸੀਂ 12 ਤਰੀਕ ਨੂੰ ਇਹ ਮੋਰਚਾ ਮੁੱਖ GT ਰੋਡ ਫਾਜ਼ਿਲਕਾ ਰੋਡ ਜਿਹੜਾ ਉਹਦੇ ਉੱਤੇ ਤਬਦੀਲ ਕਰ ਦਿਆਂਗੇ। ਉਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਪੰਜਾਬ ਦੀ ਸਰਕਾਰ ਹੋਵੇਗੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ ਤੇ ਸਾਡਾ ਮੋਰਚਾ ਲਗਾਤਾਰ ਆਪਣੀਆਂ ਮੰਗਾਂ ਬਣਾਉਣ ਤੱਕ ਚੱਲੇਗਾ। ਲੰਬੇ ਸਮੇਂ ਤੋਂ ਕਿਸਾਨ ਕੇਂਦਰ ਸਰਕਾਰ ਤੇ ਤਿੰਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ। ਇਹਨਾਂ ਪ੍ਰਦਰਸ਼ਨਾਂ ਦੌਰਾਨ ਹਰਿਆਣਾ ਤੇ ਪੰਜਾਬ ਦੇ ਸਿਆਸੀ ਲੀਡਰਾਂ ਨੂੰ ਵੀ ਘੇਰਿਆ ਜਾ ਰਿਹਾ ਹੈ। ਪੰਜਾਬ 'ਚ ਕਿਸਾਨ ਸਿਆਸੀ ਆਗੂਆਂ ਨੂੰ ਘੇਰ ਕੇ ਸਵਾਲ ਪੁੱਛ ਰਹੇ ਨੇ। ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰ ਹਰਸਿਮਰਤ ਕੌਰ ਬਾਦਲ ਬਠਿੰਡਾ ਪਹੁੰਚੀ, ਜਿੱਥੇ ਉਹਨਾਂ ਨੂੰ ਕਿਸਾਨਾਂ ਵੱਲੋਂ ਸਵਾਲ ਪੁੱਛੇ ਗਏ। ਇਸ ਦਾ ਜਵਾਬ ਦਿੰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਸੀਂ ਖੁਦ ਹੀ ਆਪਣੇ ਪ੍ਰੋਗਰਾਮ ਟਾਲ ਰਹੇ ਹਾਂ। ਉਹਨਾਂ ਕਿਹਾ ਕਿ ਅਸੀਂ ਹਰ ਇੱਕ ਸਵਾਲ ਦਾ ਕਿਸਾਨਾਂ ਨੂੰ ਜਵਾਬ ਦੇਣ ਲਈ ਤਿਆਰ ਹਾਂ। ਹਰਸਿਮਰਤ ਕੌਰ ਬਾਦਲ ਨੇ ਇਸ ਦੌਰਾਨ ਕਿਹਾ ਕਿ ਅਸੀਂ BJP ਨਾਲ ਭਾਈਚਾਰਕ ਸਾਂਝ ਤੋੜੀ ਹੈ। ਅਸੀਂ ਕਿਸਾਨਾਂ ਦੀ ਹਮਾਇਤ ਲਈ ਸਾਰਾ ਕੁਝ ਛੱਡਿਆ, ਆਪਣਾ ਸਾਰਾ ਕੁਝ ਤਿਆਗ ਦਿੱਤਾ। ਇਸ ਦੇ ਨਾਲ ਉਹਨਾਂ ਕਿਹਾ ਕਿ ਬਾਕੀਆਂ ਨੇ ਤਾਂ ਸਿਰਫ ਗੱਲਾਂ ਕੀਤੀਆਂ ਹਨ, ਪਰ ਅਕਾਲੀ ਦਲ ਨੇ ਹਮੇਸ਼ਾ ਕਿਸਾਨਾਂ ਦਾ ਸਾਥ ਦਿੱਤਾ ਹੈ ਤੇ ਹਮੇਸ਼ਾ ਸਾਥ ਦਿੰਦਾ ਰਹੇਗਾ। ਜਿਹੜੇ ਸ਼ਰਾਰਤੀ ਲੋਕੀ ਪੰਜਾਬ ਦਾ ਮਾਹੌਲ ਖਰਾਬ ਕਰਕੇ BJP ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਕਿਸਾਨ ਜਥੇਬੰਦੀਆਂ ਸਾਨੂੰ ਜੋ ਪੁੱਛਣਾ ਚਾਹੁੰਦੀ ਹੈ, ਜਿੱਥੇ ਕਹਿਣ ਅਸੀਂ ਉੱਥੇ ਹਾਜ਼ਰ ਹੋਣ ਵਾਸਤੇ ਤਿਆਰ ਹਾਂ। ਕਿਉਂਕਿ ਮੈਂ ਸਮਝਦੀ ਹਾਂ ਕਿ ਜੇ ਕਿਸੇ ਪਾਰਟੀ ਨੇ ਅਸਲੀ ਵਿੱਚ ਕਿਸਾਨਾਂ ਵਾਸਤੇ ਲੜਾਈ ਲੜੀ ਹੈਗੀ, ਕੁਝ ਛੱਡਿਆ ਹੈਗਾ, ਕੁਝ ਤਿਆਗਿਆ ਹੈਗਾ, ਫਰਜ਼ ਅਦਾ ਕੀਤਾ ਹੈ, ਤੇ ਦੂਜਾ ਨੇ ਤਾਂ ਗੱਲਾਂ ਮਾਰੀਆਂ ਨੇ, ਕੀਤਾ ਕੀ ਹੈਗਾ। ਸੋ ਸਾਨੂੰ ਜਿੱਥੇ ਮਰਜ਼ੀ ਸੱਦ ਲੈਣ। ਹਾਂ, ਸਾਡੇ 'ਚ 100 ਕਮੀਆਂ ਘਾਟ ਕਮੀਆਂ ਰਹਿ ਗਈਆਂ ਹੋਣਗੀਆਂ, ਬਹੁਤ ਕੁਝ ਹੋਰ ਜੇ ਆਪਾਂ ਕਰ ਸਕਦੇ ਸਮੇਂ ਦੇ ਹਿਸਾਬ ਨਾਲ। ਹੁਣ ਪਿੱਛੇ ਦੇਖਦੇ ਹੋ ਜ਼ਰੂਰ ਲੱਗਦਾ ਹੈ ਕਿ ਆਹ ਵੀ ਕਰ ਸਕਦੇ, ਉਹ ਵੀ ਕਰ ਸਕਦੇ ਸੀ, ਲੇਕਿਨ ਜਿਸ ਸਮੇਂ ਕੀਤਾ ਉਸ ਟਾਈਮ ਇਹਨਾਂ ਦੀ ਮਨਸ਼ਾ ਨਾ ਸਾਨੂੰ ਪਤਾ ਸੀ ਨਾ ਕਿਸਾਨਾਂ ਨੂੰ ਪਤਾ ਸੀ। ਕਿਸਾਨਾਂ ਨੂੰ ਵੀ ਨਹੀਂ ਪਤਾ ਹੋਗਾ ਕਿ ਇਹਦੇ 10 ਮਹੀਨੇ ਨਿਕਲ ਜਾਣਗੇ, ਇਸ ਤਰ੍ਹਾਂ ਆਪਣੇ ਨੇ ਮਰ ਜਾਣਗੇ। ਸੋ ਜਦ ਸਾਨੂੰ ਕਿਹਾ ਕਿ ਰੋਜ਼ ਰੈਲੀ ਤੁਸੀਂ ਬੰਦ ਕਰ ਦਿਓ, ਕਿਸਾਨੀ ਸੰਘਰਸ਼ ਨੂੰ ਢਾਹ ਲੱਗਦਾ ਹੈ, ਅਸੀਂ 1 ਅਕਤੂਬਰ ਦੇ ਬਾਅਦ ਉਹਨੂੰ ਬੰਦ ਕਰਤਾ। ਸੋ ਜਿਹੜੀ ਪਾਰਟੀ ਨੇ ਸ਼ੁਰੂ ਤੋਂ ਕਿਸਾਨੀ ਵਾਸਤੇ ਕੁਝ ਕੀਤਾ ਹੈਗਾ, ਬਾਦਲ ਸਾਹਿਬ ਨੇ ਕਿਸਾਨਾਂ ਦਾ ਮਸੀਹਾ ਕਿਉਂ ਕਰਿਆ? ਅੱਜ ਕਿਸਾਨਾਂ ਦੇ ਕੋਲ ਜੋ ਕੁਝ ਹੈ ਬਾਦਲ ਸਾਹਿਬ ਦੀ ਦੇਣ ਹੈ। ਸ਼੍ਰੀ ਮੁਕਤਸਰ ਸਾਹਿਬ ਵਿਖੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੱਲੋਂ ਸ਼ੁਰੂ ਕੀਤੀ ਮਿਸ਼ਨ ਪੰਜਾਬ 2022 ਮੁਹਿੰਮ ਤਹਿਤ ਰੈਲੀ ਕੀਤੀ ਗਈ। ਇਸ ਰੈਲੀ ਦੌਰਾਨ ਯੂਥ ਆਗੂ ਨਵਜੋਤ ਕੌਰ ਲੰਬੀ ਨੇ ਵੀ ਸੰਬੋਧਨ ਕੀਤਾ। ਰੈਲੀ ਉਪਰੰਤ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਤੀਜਾ ਬਦਲ ਚਾਹੁੰਦੇ ਨੇ। ਲੋਕਾਂ ਨੇ ਤੀਜੇ ਬਦਲ ਵਜੋਂ ਉੱਭਰ ਰਹੀਆਂ ਪਾਰਟੀਆਂ ਦਾ ਬਹੁਤ ਸਾਥ ਵੀ ਦਿੱਤਾ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੀ ਤੀਜੇ ਬਦਲ ਵਜੋਂ ਉੱਭਰੀ, ਪਰ ਇਸ ਪਾਰਟੀ ਵੱਲੋਂ 2017 'ਚ ਕਈ ਗਲਤੀਆਂ ਕੀਤੀਆਂ ਗਈਆਂ। ਪਾਰਟੀ ਨੂੰ ਇਹਨਾਂ ਗਲਤੀਆਂ ਤੋਂ ਸਬਕ ਲੈਣਾ ਚਾਹੀਦਾ ਹੈ ਜੋ ਉਸਨੇ ਨਹੀਂ ਲਿਆ। ਨਵਜੋਤ ਕੌਰ ਲੰਬੀ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਆਮ ਆਦਮੀ ਪਾਰਟੀ ਨੂੰ ਇਸ ਦੇ ਨਤੀਜੇ ਭੁਗਤਣੇ ਪੈ ਸਕਦੇ ਨੇ। ਕਿ ਕਿਸਾਨਾਂ ਦੀ ਮੰਗ ਆਪਾਂ ਸਭ ਨੇ ਸੁਣਿਆ ਕਿ ਪਿੰਡਾਂ ਦੇ ਵਿੱਚੋਂ ਆਵਾਜ਼ ਉੱਠ ਰਹੀ ਸੀ ਕਿ ਕਿਸਾਨੀ ਅੰਦੋਲਨ ਦੇ ਵਿੱਚੋਂ ਕਿਸਾਨਾਂ ਦੇ ਵੱਲੋਂ ਸਾਨੂੰ ਇੱਕ ਪੋਲੀਟੀਕਲ ਬਦਲ ਦਿੱਤਾ ਜਾਵੇ, ਕਿਉਂਕਿ ਅਸੀਂ ਇੱਕ ਤੀਜੇ ਬਦਲ ਦੀ ਭਾਲ ਚਾਹੁੰਦੇ ਨਾ। ਪਾਰਟੀਆਂ ਤੋਂ ਜੋ ਵੀ ਪੰਜਾਬ ਦੇ ਵਿੱਚ ਰਾਜਨੀਤਿਕ ਪਾਰਟੀਆਂ ਚੱਲ ਰਹੀਆਂ ਨੇ, ਰਾਜਨੀਤਿਕ ਲੋਕ ਨੇ ਇਹਨਾਂ ਤੋਂ ਛੁਟਕਾਰਾ ਚਾਹੁੰਦੇ ਆ। ਆਮ ਆਦਮੀ ਪਾਰਟੀ ਨੂੰ ਅੱਜ ਵੀ ਪੰਜਾਬ ਦੇ ਲੋਕ ਇੱਕ ਤੀਜੇ ਬਦਲ ਦੇ ਤੌਰ ਤੇ ਚਾਹੁੰਦੇ ਨੇ, ਦੇਖ ਰਹੇ ਨੇ, ਪਰ ਪਾਰਟੀ ਕੁਝ ਅਜਿਹੀਆਂ ਗਲਤੀਆਂ ਜੋ ਉਹਨਾਂ ਨੇ 2017 ਦੇ ਵਿੱਚ ਕੀਤੀਆਂ, ਮੈਨੂੰ ਲੱਗਦਾ ਉਹਨਾਂ ਗਲਤੀਆਂ ਤੋਂ ਆਮ ਆਦਮੀ ਪਾਰਟੀ ਨੂੰ ਸਿੱਖਣ ਦੀ ਲੋੜ ਸੀਗੀ, ਪਰ ਆਮ ਆਦਮੀ ਪਾਰਟੀ ਉਹਨਾਂ ਗਲਤੀਆਂ ਤੇ ਗੌਰ ਨਾ ਕਰਕੇ ਜੋ ਉਹਨਾਂ ਨੂੰ ਚੇਂਜਸ ਲੈ ਕੇ ਆਉਣ ਦੀ ਲੋੜ ਸੀ ਉਹ ਨਹੀਂ ਲੈ ਕੇ ਆ ਰਹੀਗੀ, ਤੇ ਇਸ ਦੇ ਨਤੀਜੇ ਬਹੁਤ ਨੈਗੇਟਿਵ ਨਤੀਜੇ ਜਿਹੜੇ ਆਮ ਆਦਮੀ ਪਾਰਟੀ ਨੂੰ ਆਉਣ ਵਾਲੇ ਸਮੇਂ ਵਿੱਚ। ਅਮਰੀਕਾ ਦੇ ਟੈਕਸਾਸ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਪੰਜਾਬੀ ਨੌਜਵਾਨ ਗੁਰਜੀਤਪਾਲ ਸਿੰਘ ਮੁਲਤਾਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਗੁਰਜੀਤ ਬੇਗੋਵਾਲ ਦੇ ਪਿੰਡ ਬੱਸੀ ਦਾ ਰਹਿਣ ਵਾਲਾ ਸੀ ਅਤੇ ਅਜੇ ਉਸ ਦੀ ਉਮਰ 22 ਕੁ ਸਾਲਾਂ ਦੀ ਸੀ। ਗੁਰਜੀਤ ਕਰੀਬ 5 ਸਾਲ ਪਹਿਲਾਂ ਹੀ ਕਰਜ਼ਾ ਚੁੱਕ ਕੇ ਅਮਰੀਕਾ ਗਿਆ ਸੀ। ਉਹ ਇੱਕ ਸਟੋਰ ਤੇ ਕੰਮ ਕਰਦਾ ਸੀ ਤੇ ਉਸ ਸਟੋਰ ਤੇ ਹੀ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਪਿੰਡ ਬੱਸੀ ਦਾ ਮਾਹੌਲ ਸੋਗਮਈ ਹੋ ਗਿਆ ਹੈ। ਪਿੰਡ ਵਾਸੀ ਮ੍ਰਿਤਕ ਨੌਜਵਾਨ ਦੇ ਘਰ ਅਫਸੋਸ ਜਤਾਉਣ ਲਈ ਪਹੁੰਚ ਰਹੇ ਨੇ। ਉੱਥੇ ਹੀ ਉਸ ਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ। ਮ੍ਰਿਤਕ ਦੇ ਮਾਪੇ ਅਮਰੀਕੀ ਸਰਕਾਰ ਤੋਂ ਇਨਸਾਫ ਦੀ ਮੰਗ ਕਰ ਰਹੇ ਨੇ।
ਅਮਰੀਕਾ ਦੇ ਟੈਕਸਾਸ 'ਚ ਇੱਕ ਪੰਜਾਬੀ ਨੌਜਵਾਨ ਗੁਰਜੀਤ ਪਾਲ ਸਿੰਘ ਮੁਲਤਾਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਗੁਰਜੀਤ ਬੇਗੋਵਾਲ ਦੇ ਪਿੰਡ ਬੱਸੀ ਦਾ ਰਹਿਣ ਵਾਲਾ ਸੀ ਅਤੇ ਅਜੇ ਉਸ ਦੀ ਉਮਰ ਮਸਾਂ 22 ਸਾਲਾਂ ਦੀ ਹੋਈ ਸੀ। ਘਟਨਾ ਤੋਂ ਬਾਅਦ ਪਿੰਡ ਬੱਸੀ ਦਾ ਮਾਹੌਲ ਸੋਗਮਈ ਹੋ ਗਿਆ। ਪਿੰਡ ਵਾਸੀ ਮ੍ਰਿਤਕ ਨੌਜਵਾਨ ਦੇ ਘਰ ਅਫਸੋਸ ਜਤਾਉਣ ਲਈ ਪਹੁੰਚ ਰਹੇ ਨੇ। ਉੱਥੇ ਹੀ ਉਸ ਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ। ਰਿਸ਼ਤੇਦਾਰਾਂ ਅਨੁਸਾਰ ਕਰੀਬ 5 ਸਾਲ ਪਹਿਲਾਂ ਗੁਰਜੀਤ ਨੂੰ ਕਰਜ਼ਾ ਚੁੱਕ ਕੇ ਅਮਰੀਕਾ ਭੇਜਿਆ ਸੀ। ਉਹ ਹਾਲੇ ਕੱਚਾ ਸੀ ਅਤੇ ਇੱਕ ਸਟੋਰ ਉੱਤੇ ਕੰਮ ਕਰਦਾ ਸੀ। ਉਸ ਸਟੋਰ ਉੱਤੇ ਇੱਕ ਮਰਦ ਤੇ ਇੱਕ ਔਰਤ ਆਏ ਅਤੇ ਆਨਲਾਈਨ ਕੈਸੀਨੋ ਖੇਡਣ ਦੀ ਗੱਲ ਆਖੀ। ਸਟੋਰ ਬੰਦ ਕਰਨ ਦਾ ਸਮਾਂ ਹੋਣ ਕਾਰਨ ਗੁਰਜੀਤ ਨੇ ਮਨਾ ਕਰ ਦਿੱਤਾ ਤਾਂ ਉਹ ਵਾਪਸ ਚਲੇ ਗਏ, ਪਰ ਕੁਝ ਹੀ ਦੇਰ 'ਚ ਵਾਪਸ ਆ ਕੇ ਉਹਨਾਂ ਨੇ ਗੁਰਜੀਤ ਦੇ ਗੋਲੀਆਂ ਮਾਰ ਦਿੱਤੀਆਂ। ਗੁਰਜੀਤ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਹਮਲਾਵਰ ਫਰਾਰ ਹੋ ਗਏ। ਹੁਣ ਗੁਰਜੀਤ ਦੇ ਪਰਿਵਾਰ ਵਾਲੇ ਅਮਰੀਕੀ ਸਰਕਾਰ ਤੋਂ ਇਨਸਾਫ ਦੀ ਮੰਗ ਕਰ ਰਹੇ ਨੇ। ਮੇਰਾ ਹੀ ਇੱਥੇ ਸਟੋਰ 'ਚ ਕੰਮ ਕਰਦਾ ਸੀ, ਉਹਨੂੰ ਮਾਰ ਗਏ ਗੋਲੀਆਂ। ਮੇਰਾ ਬੱਚਾ ਕੱਚਾ ਹੈ, ਮਾਂ ਮਰ ਜਾਏਗੀ, ਮਾਂ ਮਰ ਜੇ। ਕਰਜ਼ੇ ਚੁੱਕਿਆ ਆਏ ਮੇਰਾ ਨਿੱਕਾ ਜਿਹਾ ਮੁੰਡਾ ਇੱਥੇ ਵੇ, ਅਜੇ ਕਰਜ਼ਾ ਵੀ ਨਹੀਂ ਲਾਇਆ ਮਾਂ ਦੇ ਪੁੱਤਰ ਨੇ। ਆਏ ਮਾਂ ਦਾ ਨਿੱਕਾ ਜਿਹਾ ਹੀ ਪੁੱਤਰ। ਲੜਕਾ ਅਮਰੀਕਾ ਸਟੋਰ ਤੇ ਕੰਮ ਕਰਦਾ ਸੀ। ਪਤਾ ਨਹੀਂ ਰੱਬ ਜਾਣੇ ਕੀ ਹੋਇਆ, ਆਏ ਨੇ ਕੋਈ ਕਾਲੇ, ਪਹਿਲਾਂ ਮੁੜ ਗਏ ਨੇ ਆ ਕੇ, ਤੋਂ ਦੁਬਾਰਾ ਘੰਟੇ ਡੇਢ ਬਾਅਦ ਆਏ ਨੇ ਤੇ ਆ ਕੇ ਉਹਨਾਂ ਨੇ ਗੋਲੀਆਂ ਮਾਰ ਦਿੱਤੀਆਂ। ਮੁੰਡਾ ਥਾਂ ਤੇ ਮਰ ਗਿਆ, ਮੁੜ ਕੇ ਪਤਾ ਨਹੀਂ ਲੱਗਾ। ਇਹ ਗੋਲੀਆਂ ਦਾ ਪਤਾ ਨਹੀਂ ਲੱਗਾ ਵੀ 4-5 ਗੋਲੀਆਂ ਦੱਸਦੇ ਨੇ ਵੱਜੀਆਂ। ਦਿਲ 'ਚ ਗੋਲੀ ਵੱਜੀ, ਦਿਲ ਫਟਣ ਕਰਕੇ ਮੁੰਡੇ ਦੀ ਟਾਈਮ 'ਤੇ ਮੌਤ ਹੋ ਗਈ। ਤੇ ਕੱਲ੍ਹ ਦੀ ਘਟਨਾ ਵਾਸਤੇ ਤੇ ਗੋਗਲ ਇੱਧਰ ਦੇ 11 ਕੁ ਵਜੇ ਨਾ ਅਸੀਂ ਅਪੀਲ ਕਰਦੇ ਹਾਂ ਉੱਧਰ ਦੀ ਅਮਰੀਕਨ ਸਰਕਾਰ ਤੇ ਇੰਡੀਅਨ ਸਰਕਾਰ ਇਸ ਦੀ ਹੈਲਪ ਕਰੇ, ਜੋ ਕਿ ਇਹਨਾਂ ਦਾ ਕੋਈ ਮਦਦ ਹੋ ਸਕੇ। ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ ਅਤੇ ਲੋਕ ਗੁਰਜੀਤ ਦੇ ਕਾਤਲਾਂ ਨੂੰ ਸਜ਼ਾ ਦੇਣ ਦੀ ਮੰਗ ਕਰ ਰਹੇ ਨੇ। ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਾਉਣ ਲਈ ਅੜੇ ਪੀਆਰਟੀਸੀ ਰੋਡਵੇਜ਼ ਤੇ ਪਨਬੱਸ ਕਰਮਚਾਰੀਆਂ ਨੇ ਅੱਜ ਲਗਾਤਾਰ ਚੌਥੇ ਦਿਨ ਵੀ ਰਾਜ ਭਰ 'ਚ ਬੱਸਾਂ ਬੰਦ ਰੱਖਣ ਦਾ ਆਪਣਾ ਫੈਸਲਾ ਕਾਇਮ ਰੱਖਿਆ। ਉਧਰ ਪੰਜਾਬ ਸਰਕਾਰ ਨਾਲ ਕੱਲ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਵਫਦ ਦੀ ਗੱਲਬਾਤ ਬੇਸਿੱਟਾ ਰਹਿਣ ਤੋਂ ਬਾਅਦ ਅੱਜ ਹੜਤਾਲੀ ਕਾਮਿਆਂ ਨੇ ਪੰਜਾਬ ਭਰ 'ਚ ਬੱਸ ਅੱਡਿਆਂ ਨੂੰ ਜਾਮ ਕਰਕੇ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਧਰਨੇ ਆਰੰਭ ਦਿੱਤੇ। ਵੱਖ-ਵੱਖ ਜ਼ਿਲ੍ਹਿਆਂ 'ਚ ਰੋਸ ਪ੍ਰਦਰਸ਼ਨ ਕਰ ਰਹੇ ਹੜਤਾਲੀ ਮੁਲਾਜ਼ਮਾਂ ਦਾ ਕਹਿਣਾ ਸੀ ਕਿ 10 ਸਤੰਬਰ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਸਿਸਮਾ ਫਾਰਮ ਹਾਊਸ ਅੱਗੇ ਪੱਕਾ ਮੋਰਚਾ ਆਰੰਭ ਕਰ ਦਿੱਤਾ ਜਾਵੇਗਾ ਤੇ ਜਿੰਨੀ ਦੇਰ ਤੱਕ ਸਰਕਾਰ ਮੰਗਾਂ ਨਹੀਂ ਮੰਨਦੀ ਇਹ ਹੜਤਾਲ ਇਸੇ ਤਰ੍ਹਾਂ ਨਾਲ ਜਾਰੀ ਰਹੇਗੀ। ਕੱਲ ਨੂੰ ਸਾਡੀ ਮੀਟਿੰਗ ਸੀ ਮੁੱਖ ਮੰਤਰੀ ਪੰਜਾਬ ਨਾਲ। ਮੁੱਖ ਮੰਤਰੀ ਪੰਜਾਬ ਨੇ ਤਾਂ ਮੀਟਿੰਗ ਕੀਤੀ ਨਹੀਂ, ਉਹਦੇ ਨਾਲ ਜਿਹੜਾ ਰਮੇਸ਼ ਕੁਮਾਰ ਸੀ ਉਹਨਾਂ ਦਾ ਪ੍ਰਮੁੱਖ ਸਕੱਤਰ, ਉਹਨਾਂ ਨਾਲ ਸਾਡੀ ਮੀਟਿੰਗ ਹੋਈ ਆ। ਉਹਨਾਂ ਨੇ ਇਹੋ ਹੀ ਵਿਸ਼ਵਾਸਨ ਦਿੱਤਾ ਸਾਨੂੰ ਵੀ ਆਉਣ ਵਾਲੇ ਸਮਾਂ 'ਚ ਅਸੀਂ ਕੁਝ ਨਾ ਕੁਝ ਕਰਾਂਗੇ, ਪਰ ਹੜਤਾਲ ਦਾ ਸਮਾਂ ਉਹੀ ਹੈ ਵੀ ਪਹਿਲਾਂ 173 ਮੀਟਿੰਗਾਂ ਹੋਈਆਂ, ਅਸੀਂ ਕੱਲ੍ਹ ਦੀ ਪਾ ਕੇ 174 ਮੀਟਿੰਗਾਂ ਹੋ ਗਈਆਂ ਪੰਜਾਬ ਸਰਕਾਰ ਨਾਲ। ਅਸੀਂ ਇਸ ਮੰਗ ਤੇ ਅੜੇ ਹਾਂ ਵੀ ਸਾਡੇ ਜਿੰਨੇ ਵੀ ਮਹਿਕਮੇ ਦੇ ਵਿੱਚ ਬੰਦੇ ਕੰਮ ਕਰਦੇ ਆ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ, ਚਾਹੇ ਆਊਟਸੋਰਸ ਤੇ ਚਾਹੇ ਉਹ ਕੰਟਰੈਕਟ ਤੇ ਨੇ। ਪਰ ਸਰਕਾਰ ਆਪਣਾ ਜਿਹੜਾ ਰਵੱਈਆ ਉਹ ਦਿਨੋਂ ਦਿਨ ਉਹੀ ਅਪਣਾ ਕੇ ਆ ਰਹੀ ਜਿਹੜਾ ਪਹਿਲਾਂ ਅਪਣਾਇਆ ਸੀ ਸਰਕਾਰ ਨੇ। ਅਸੀਂ ਹੁਣ ਕੱਲ੍ਹ ਦਾ ਜਿਹੜੀ ਸਾਡੀ ਮੀਟਿੰਗ ਬੇਸਿੱਟਾ ਨਿਕਲੀ ਆ, ਕੱਲ੍ਹ ਉੱਥੇ ਐਲਾਨ ਕਰਤਾ ਵੀ ਅੱਜ 4 ਘੰਟੇ ਵਾਸਤੇ ਬੱਸ ਸਟੈਂਡ ਬੰਦ ਕਰਾਂਗੇ ਔਰ ਕੱਲ੍ਹ ਜਿਹੜਾ ਸੁਸ਼ਮਾ ਫਾਰਮ ਤੇ ਫਿਰ ਅਸੀਂ ਲੰਮਸਮ ਧਰਨਾ ਉੱਥੇ ਲਾਉਣ ਜਾ ਰਹੇ ਹਾਂ। ਅਣਮਿੱਥੇ ਸਮੇਂ ਵਾਸਤੇ ਫਿਰ ਸੁਸ਼ਮਾ ਫਾਰਮ ਤੇ ਬਹਿਣ ਜਾ ਰਹੇ ਹਾਂ। ਲੁਧਿਆਣਾ 'ਚ ਭਾਜਪਾ ਵਰਕਰਾਂ ਵੱਲੋਂ ਅੱਜ ਨਗਰ ਸੁਧਾਰ ਟਰੱਸਟ ਦੀ ਇਮਾਰਤ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਭਾਜਪਾ ਵਰਕਰਾਂ ਦੀ ਪੁਲਿਸ ਨਾਲ ਧੱਕਾ ਮੁੱਕੀ ਹੋਈ। ਭਾਜਪਾ ਆਗੂ ਗੁਰਦੇਵ ਸਿੰਘ ਦੇਬੀ ਦਾ ਕਹਿਣਾ ਸੀ ਕਿ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਸ਼ਹਿ ਤੇ ਟਰੱਸਟ ਦੇ ਚੇਅਰਮੈਨ ਬਾਲਾ ਸੁਬਰਾਮਨੀਅਮ ਨੇ ਜ਼ਮੀਨ ਘੁਟਾਲਾ ਕੀਤਾ ਹੈ। ਉਹਨਾਂ ਇਸ ਕੇਸ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਉਧਰ ਪੁਲਿਸ ਅੱਗੇ ਉਸ ਵੇਲੇ ਕਸੂਤੀ ਸਥਿਤੀ ਪੈਦਾ ਹੋ ਗਈ ਜਦੋਂ ਭਾਜਪਾ ਵਰਕਰਾਂ ਦੇ ਜਾਣ ਤੋਂ ਬਾਅਦ ਪਹੁੰਚੇ ਕਾਂਗਰਸੀ ਵਰਕਰਾਂ ਨੇ ਟਰੱਸਟ ਦੀ ਇਮਾਰਤ ਦਾ ਗੇਟ ਭੰਨ ਦਿੱਤਾ। ਹੁਣ ਪੁਲਿਸ ਵੱਲੋਂ ਦੋਵਾਂ ਹੀ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਕਾਰਪੋਰੇਸ਼ਨ ਦੇ ਜਿਹੜੇ ਇੰਪਰੂਵਮੈਂਟ ਦੇ ਆਸ਼ੂ ਦੇ ਗੁੰਡੇ, ਇਹ ਪੁਲਿਸ ਵਾਲੇ ਭੇਜੋ ਆਸ਼ੂ ਦੇ ਗੁੰਡਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਇੱਕ ਬੰਦੇ ਨੂੰ ਅੰਦਰ ਕਰਾਵਾਂਗੇ, ਤੁਹਾਨੂੰ ਕਹਿ ਰਹੇ ਇੱਕ ਬੰਦੇ ਨੂੰ।
टाइम लगता, हर चीज़ में टाइम लगता है। और जो घटाला किया वैसे बिल्कुल पंजाब नहीं होने देंगे। पंजाबियों का जो पैसा खा रहे नहीं खान देंगे। एक बंदा चाहे मंत्री है चाहे कोई भी आदमी ये अफसर है, असं उन्होंने अंदर करावे, CBI की इंक्वायरी करावे। देखो इन्हों ने अज अपना जोड़ा प्रोटेस्ट सी इन्हों का वो बैरीगेड तक सी, पर बैरीगेड क्रॉस करके इंप्रूवमेंट ट्रस्ट के गेट तक आने की अंदर जोड़ा वड़न की कोशिश करते थे, जो पुलिस ने लॉ एंड ऑर्डर करके रोकया तो जोड़ा इन्होंने नहीं अंदर आने दिता। तो बाकी जी इन्हों की कोई कार्रवाई बनती होगी उसी कार्रवाई को हुण फरदर अगे असी सारा इसकी वीडियोग्राफी सारी चैक करके जो बनती कार्रवाई करांगे। श्री गुरु नानक देव जी 1487 ईस्वी ਨੂੰ ਸੁਲਤਾਨਪੁਰ ਲੋਧੀ ਤੋਂ ਬਟਾਲਾ ਦੀ ਧਰਤੀ ਤੇ ਮਾਤਾ ਸੁਲੱਖਣੀ ਜੀ ਨੂੰ ਵਿਆਹੁਣ ਆਏ ਸੀ। ਉਸ ਦਿਨ ਤੋਂ ਬਾਅਦ ਹਰ ਸਾਲ ਗੁਰੂ ਜੀ ਦਾ ਵਿਆਹ ਪੁਰਬ ਬਟਾਲਾ ਦੀ ਧਰਤੀ ਤੇ ਇਤਿਹਾਸਕ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਪਿਛਲੇ ਸਾਲ ਕੋਵਿਡ ਕਾਲ ਦੇ ਕਾਰਨ ਇਸ ਵਿਆਹ ਪੁਰਬ ਨੂੰ ਨਹੀਂ ਮਨਾਇਆ ਗਿਆ ਸੀ, ਪਰ ਇਸ ਸਾਲ ਗੁਰੂ ਜੀ ਦਾ 534ਵਾਂ ਵਿਆਹ ਪੁਰਬ ਪੂਰੇ ਚਾਵਾਂ ਨਾਲ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਗੁਰਦੁਆਰਾ ਸ਼੍ਰੀ ਕੰਧ ਸਾਹਿਬ ਦੇ ਲੰਗਰ ਹਾਲ ਵਿਖੇ ਕੁਇੰਟਲਾਂ ਦੇ ਹਿਸਾਬ ਨਾਲ ਪ੍ਰਸ਼ਾਦ ਰੂਪੀ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਤਿਆਰ ਕੀਤੀਆਂ ਜਾ ਰਹੀਆਂ ਨੇ, ਜੋ ਵਿਆਹ ਪੁਰਬ ਦੀ ਖੁਸ਼ੀ 'ਚ ਸੰਗਤ 'ਚ ਵਰਤਾਈਆਂ ਜਾਣਗੀਆਂ। 12 ਸਤੰਬਰ ਨੂੰ ਸੁਲਤਾਨਪੁਰ ਲੋਧੀ ਤੋਂ ਵਿਆਹ ਰੂਪੀ ਨਗਰ ਕੀਰਤਨ ਬਟਾਲਾ ਦੀ ਧਰਤੀ ਤੇ ਪਹੁੰਚੇਗਾ ਅਤੇ 13 ਸਤੰਬਰ ਨੂੰ ਇਹ ਨਗਰ ਕੀਰਤਨ ਬਟਾਲਾ ਦੀ ਪਰਿਕਰਮਾ ਕਰਦਾ ਹੋਇਆ ਸੰਗਤ ਨੂੰ ਦਰਸ਼ਨ ਦਿਦਾਰੇ ਦੇਵੇਗਾ। ਇਸ ਦੇ ਲਈ ਹਰ ਤਰ੍ਹਾਂ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਵਿਖੇ ਤਿਆਰੀਆਂ ਬਹੁਤ ਜ਼ੋਰਾਂ ਨਾਲ ਆਰੰਭ ਕਰ ਦਿੱਤੀਆਂ ਗਈਆਂ ਸਨ, ਜਿਨ੍ਹਾਂ ਦੀ ਮੈਂ ਸਮਝਦਾ ਕਿ ਅੰਤਿਮ ਥਾਂ ਦੇ ਹੁਣ ਤਿਆਰੀਆਂ ਜਿਹੜੀਆਂ ਹੈਗੀਆਂ ਨੇ, ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਨੇ। ਤੇ ਬਾਬਾ ਜੀ ਦਾ ਵਿਆਹ ਪੁਰਬ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਬਟਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 534ਵਾਂ ਵਿਆਹ ਪੁਰਬ 13 ਸਤੰਬਰ ਦਿਨ ਸੋਮਵਾਰ ਨੂੰ ਬਹੁਤ ਸ਼ਰਧਾ ਸਤਿਕਾਰ ਤੇ ਖਾਲਸਾਈ ਰਵਾਇਤ ਅਨੁਸਾਰ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਬਟਾਲਾ ਵਿਖੇ ਮਨਾਇਆ ਜਾ ਰਿਹਾ। ਦੇਸੀ ਘਿਓ ਦਾ ਮਿਸ਼ਰਣ ਬਣਾ ਰਹੇ ਕੁਇੰਟਲਾਂ ਦੇ ਹਿਸਾਬ 'ਤੇ ਜੀ, ਤੇ ਬੂੰਦੀ ਬਣਾ ਰਹੇ, ਸ਼ੱਕਰਪਾਰੇ ਬਣਾ ਰਹੇ, ਲੂਣ ਵਾਲੀਆਂ ਸੇਵੀਆਂ ਬਣਾ ਰਹੇ ਆ, ਗੁੜ ਵਾਲੇ ਸ਼ੱਕਰਪਾਰੇ ਬਣਾ ਰਹੇ, ਹਰ ਵੈਰਾਈਟੀ ਦੀ ਤਿਆਰ ਕਰ ਰਹੇ ਤੇ ਆਪਾਂ ਜੀ ਹਰ ਸਾਲ ਦੀ ਤਰ੍ਹਾਂ ਕਰੀਦਾ ਵੀ 10-15 ਸਾਲ ਤੋਂ ਅਸੀਂ ਸੇਵਾ ਕਰ ਰਹੇ ਤੇ ਧੰਨਵਾਦ ਪਿੰਡ ਵਾਲਿਆਂ ਦਾ ਜਿਹਨਾਂ ਨੇ ਸੇਵਾ ਦਾ। ਬਟਾਲਾ 'ਚ ਲਗਾਤਾਰ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ 'ਚ ਇਜ਼ਾਫਾ ਹੁੰਦਾ ਜਾ ਰਿਹਾ ਹੈ। ਤਾਜ਼ਾ ਘਟਨਾ ਬਟਾਲਾ ਦੇ ਤੰਗ ਅਤੇ ਭੀੜ-ਭਾੜ ਵਾਲੇ ਟਿੱਬਾ ਬਾਜ਼ਾਰ ਵਿਖੇ ਸਾਹਮਣੇ ਆਈ ਹੈ, ਜਿੱਥੇ ਦਿਨ ਦਿਹਾੜੇ ਮਾਂ ਦੁਰਗਾ ਜਵੈਲਰਸ ਦੀ ਦੁਕਾਨ ਤੋਂ 2 ਲੁਟੇਰੇ ਤੇਜ਼ਧਾਰ ਹਥਿਆਰਾਂ ਦੇ ਦਮ ਤੇ ਦੁਕਾਨ ਦੇ ਮਾਲਿਕ ਅਮਿਤ ਕੋਲੋਂ 2 ਲੱਖ ਦੇ ਕਰੀਬ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ। ਗਨੀਮਤ ਇਹ ਰਹੀ ਕਿ ਸੋਨੇ ਚਾਂਦੀ ਦੇ ਗਹਿਣਿਆਂ ਦਾ ਬਚਾਅ ਹੋ ਗਿਆ। ਇਸ ਦੁਕਾਨ 'ਚ CCTV ਕੈਮਰੇ ਨਹੀਂ ਲੱਗੇ ਹੋਏ ਨੇ। ਸ਼ਿਕਾਇਤ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ। ਮੈਂ ਦੁਕਾਨ ਤੇ ਬੈਠਾ ਦਾ ਸੀ ਅੰਦਰ, ਤੇ 2 ਮੁੰਡੇ ਆਏ ਨੇ ਤੇ ਉਹਨਾਂ ਨੇ ਆਣ ਕੇ ਕਹਿੰਦਾ ਕਿ ਭਾਜੀ ਸਮਾਨ ਲੈਣਾ ਵਾ, ਤੇ ਮੈਂ ਕਿਹਾ ਆਜੋ ਭਾਜੀ ਅੰਦਰ। ਤੇ ਫਿਰ ਉਹਨਾਂ ਨੇ ਮੈਂ ਕਿਹਾ ਕੀ ਸਮਾਨ ਲੈਣਾ ਜੇ, ਤੇ ਉਹ ਬਸ ਜਦੋਂ ਪੁੱਛਿਆ ਨਾ ਕੀ ਸਮਾਨ ਲੈਣਾ, ਉਹਨੇ ਨਾਲ ਹੀ ਤਿੱਖੀ ਚੀਜ਼ ਕੱਢੀ ਹੈ ਤੇ ਉਹ ਮੇਰੀ ਧੌਣ ਤੇ ਰੱਖਤੀ ਹੈ। ਤੇ ਬਾਅਦ 'ਚ ਉਹਨਾਂ ਨੇ ਗੱਲੇ ਖੋਲ੍ਹਣੇ ਸ਼ੁਰੂ ਕਰਤੇ, ਖਾਨੇ ਖੋਲ੍ਹਣੇ ਸ਼ੁਰੂ ਕਰਤੇ ਆ, ਤੇ ਉਹ ਕੁਝ ਪੈਸੇ ਪਏ ਦੇ ਸੀ, ਉਹ ਕੋ ਗਠਰੀ ਪਈ ਦੀ ਸੀ, ਤੇ ਉਹੀ ਚੁੱਕ ਕੇ ਤੇ ਲੈ ਗਏ ਤੇ ਮੈਨੂੰ ਇੱਥੇ ਸੁੱਟ ਗਏ। ਵੀ ਸਾਨੂੰ ਹੁਣ ਆਈ ਤਲਾਹ ਮਿਲਿਆ ਵੀ ਆਸੂ ਬੱਬਰ ਦੀ ਦੁਕਾਨ ਹੈ ਇੱਥੇ, ਮਾਂ ਦੁਰਗਾ ਜਿਊਲਰ ਟਿੱਬਾ ਬਾਜ਼ਾਰ 'ਚ। ਇੱਥੇ 2 ਨੌਜਵਾਨਾਂ ਨੇ ਆ ਕੇ ਆਪਣੇ ਨਾ ਖੋਹ ਕੀਤੀ ਹੈ। ਤੇ ਹੁਣ ਅਸੀਂ ਆਏ ਇਨਕੁਆਇਰੀ ਕਰਨ ਦੇ ਆ, ਜਿਹਨੇ ਵੀ ਕਿੱਧਰ ਨੂੰ ਗਏ ਜਾਂ ਕੈਮਰੇ ਚੈੱਕ ਕਰਨ ਲੱਗੇ ਸਰ। ਇਹ ਹੁਣ ਇਹ ਖੱਡੇ ਵੀ ਮੈਨੂੰ ਚਾਕੂ ਖਾ ਕੇ 1.5 ਤੋਂ 2 ਲੱਖ ਰੁਪਏ ਕੱਢ ਕੇ ਲੈ ਗਏ। ਇਹਦੀ ਆਪਾਂ ਕਰਦੇ ਤੇ ਇਨਕੁਆਇਰੀ ਕਰਦੇ ਆ ਇਹਨੇ ਕੀ ਗਿਆ ਇਹਦਾ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਆ ਮੁੱਖ ਖਬਰਾਂ ਤੇ। ਕਰਨਾਲ 'ਚ ਕਿਸਾਨਾਂ ਦਾ ਧਰਨਾ ਅੱਜ ਵੀ ਰਿਹਾ ਜਾਰੀ। ਸਰਕਾਰ ਨੇ ਇੰਟਰਨੈਟ ਤੇ ਰੋਕ ਰਾਤ 12 ਵਜੇ ਤੱਕ ਹੋਰ ਵਧਾਈ। ਖਾਲਸਾ ਏਡ ਸਮੇਤ ਕਈ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਕਿਸਾਨਾਂ ਦੀ ਮਦਦ ਲਈ ਪਹੁੰਚੀਆਂ। ਕਰਨਾਲ ਲਾਠੀਚਾਰਜ ਮਾਮਲੇ ਤੇ ਹਰਿਆਣਾ ਦੇ ਗ੍ਰਹਿ ਮੰਤਰੀ ਦਾ ਵੱਡਾ ਬਿਆਨ। ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿਸਾਨਾਂ ਦੇ ਕਹਿਣ ਤੇ ਕਿਸੇ ਨੂੰ ਫਾਂਸੀ ਨਹੀਂ ਟੰਗ ਸਕਦੇ। ਘਟਨਾ ਦੀ ਕਰਵਾਵਾਂਗੇ ਨਿਰਪੱਖ ਜਾਂਚ, ਜੋ ਕੋਈ ਵੀ ਦੋਸ਼ੀ ਹੋਇਆ ਉਸ ਖਿਲਾਫ ਹੋਵੇਗੀ ਕਾਰਵਾਈ। ਮੀਨਾਕਸ਼ੀ ਲੇਖੀ ਨੂੰ ਪੰਜਾਬ ਭਾਜਪਾ ਦਾ ਸਹਿ ਇੰਚਾਰਜ ਬਣਾਉਣ ਤੇ ਕਿਸਾਨ ਆਗੂਆਂ ਨੂੰ ਐਤਰਾਜ਼। ਕਿਸਾਨ ਆਗੂ ਗੁਰਪਾਲ ਸਿੰਘ ਨੇ ਕਿਹਾ ਹਰਜੀਤ ਗਰੇਵਾਲ ਤੇ ਮੀਨਾਕਸ਼ੀ ਲੇਖੀ ਦੇ ਬਿਆਨਾਂ 'ਚ ਕੋਈ ਫਰਕ ਨਹੀਂ। ਭਲਕੇ ਸਿਆਸੀ ਪਾਰਟੀਆਂ ਨਾਲ ਹੋਣ ਵਾਲੀ ਬੈਠਕ ਬਾਰੇ ਵੀ ਦਿੱਤੀ ਜਾਣਕਾਰੀ। ਨਵਜੋਤ ਸਿੰਘ ਸਿੱਧੂ ਦਾ ਕੇਂਦਰ ਸਰਕਾਰ ਤੇ ਵੱਡਾ ਨਿਸ਼ਾਨਾ। ਸਿੱਧੂ ਨੇ ਕਿਹਾ NDA ਦਾ ਮਤਲਬ ਨੋ ਡਾਟਾ ਅਵੇਲੇਬਲ। ਸਿੱਧੂ ਮੁਤਾਬਕ ਕੇਂਦਰ ਸਰਕਾਰ ਕੋਲ ਕਿਸਾਨਾਂ ਦੀ ਆਮਦਨ ਤੇ ਖੁਦਕੁਸ਼ੀਆਂ ਨਾਲ ਸੰਬੰਧਿਤ ਕੋਈ ਡਾਟਾ ਮੌਜੂਦ ਨਹੀਂ।
ਅਤੇ ਸਰਕਾਰ ਨਾਲ ਬੈਠਕ ਬੇਸਿੱਟਾ ਰਹਿਣ ਤੋਂ ਬਾਅਦ ਪੀਆਰਟੀਸੀ ਰੋਡਵੇਜ਼ ਤੇ ਪਨਬਸ ਮੁਲਾਜ਼ਮਾਂ ਨੇ ਬੱਸ ਅੱਡੇ ਕੀਤੇ ਬੰਦ। ਕੈਪਟਨ ਤੇ ਸਿਸਮਾ ਫਾਰਮ ਅੱਗੇ ਪੱਕਾ ਮੋਰਚਾ 10 ਤਰੀਕ ਤੋਂ ਲਗਾਉਣ ਦਾ ਕੀਤਾ ਐਲਾਨ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਸਿਹਤਮੰਦ ਰਹੋ, ਸੁਰੱਖਿਅਤ ਰਹੋ ਤੇ ਦੇਖਦੇ ਰਹੋ ਟੀਵੀ ਪੰਜਾਬ।